15 अक्तूबर 2020 गुपकार रोड श्रीनगर। फारूक अब्दुल्ला दा घर। धारा 370 ਤੋਂ 1 ਸਾਲ ਬਾਅਦ 6 ਪ੍ਰਮੁੱਖ ਕਸ਼ਮੀਰੀ ਰਾਜਨੀਤਿਕ ਪਾਰਟੀਆਂ ਦੇ ਆਗੂ ਇਕੱਠੇ ਹੋਏ। ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਉਹਨਾਂ ਦੇ ਬੇਟੇ ਉਮਰ, ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਮਹਿਬੂਬਾ ਮੁਫਤੀ, ਸਾਰੇ 3 ਸਾਬਕਾ ਮੁੱਖ ਮੰਤਰੀ ਅਤੇ ਜੰਮੂ ਕਸ਼ਮੀਰ ਪੀਪਲਜ਼ ਕਾਨਫਰੰਸ ਦੇ ਸਜਾਦ ਗਨੀ ਲੋਨ ਵਰਗੇ ਹਾਜ਼ਰੀਨ ਮੌਜੂਦ ਸਨ। ਇੱਕ ਦੂਜੇ ਦੇ ਕੱਟੜ ਵਿਰੋਧੀ, ਪਰ ਆਪਣੇ ਮਤਭੇਦਾਂ ਨੂੰ ਇੱਕ ਪਾਸੇ ਰੱਖਦਿਆਂ ਉਹਨਾਂ ਨੇ ਆਉਣ ਵਾਲੀਆਂ ਚੋਣਾਂ ਵਿੱਚ ਇੱਕੋ ਇੱਕ ਮਨੋਰਥ ਨਾਲ ਹੱਥ ਮਿਲਾਏ। ਧਾਰਾ 370 ਨੂੰ ਕਸ਼ਮੀਰ 'ਚ ਕਿਵੇਂ ਵਾਪਸ ਲਿਆਇਆ ਜਾਵੇ। ਆਪਣੇ ਆਪ ਨੂੰ ਸ਼੍ਰੀਨਗਰ ਵਿੱਚ ਇੱਕ ਸੜਕ ਦੇ ਰਸਤੇ ਦੇ ਪਿੱਛੇ ਬੁਲਾਇਆ, ਜਿਸ ਵਿੱਚ ਕਸ਼ਮੀਰ ਦੇ ਵੱਡੇ ਸਿਆਸਤਦਾਨ ਰਹਿੰਦੇ ਹਨ। ਇਸ ਨੂੰ ਪੀਪਲਜ਼ ਅਲਾਈਅੰਸ ਫਾਰ ਗੁਪਕਾਰ ਡਿਕਲੇਰੇਸ਼ਨ ਕਿਹਾ ਜਾਂਦਾ ਹੈ। ਕਈ ਮਹੀਨਿਆਂ ਤੋਂ ਅਧਿਕਾਰੀਆਂ ਦੁਆਰਾ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਅਤੇ ਮੁਫਤੀ ਦੇ ਕੇਸ ਵਿੱਚ 1 ਸਾਲ ਤੋਂ ਵੱਧ ਸਮੇਂ ਲਈ ਜਦੋਂ ਜ਼ਿਲ੍ਹਾ ਵਿਕਾਸ ਪਰਿਸ਼ਦ DDC ਨੇ ਚੋਣ ਦਾ ਐਲਾਨ ਕੀਤਾ ਤਾਂ ਉਹਨਾਂ ਦੀ ਪਹਿਲੀ ਪ੍ਰਤੀਕਿਰਿਆ ਸੀ, ਚੋਣ ਲੜਨ ਨਾਲ ਅਸੀਂ ਰੱਦ ਕੀਤੇ ਗਏ ਨੂੰ ਭਾਗ ਲਈ ਖੜਨ ਦੇ ਯੋਗ ਹੋਵਾਂਗੇ, ਸਾਨੂੰ ਹਿੱਸਾ ਨਹੀਂ ਲੈਣਾ ਚਾਹੀਦਾ। ਸਥਿਤੀ ਅਜਿਹੀ ਸੀ ਕਿ ਉਹ ਨਾ ਤਾਂ ਘਰ ਵਿੱਚ ਅਤੇ ਨਾ ਹੀ ਘਾਟ ਵਿੱਚ ਰਹਿ ਸਕਦੇ ਸਨ। ਜਦੋਂ ਉਹਨਾਂ ਦੇ ਨਾਲ 2018 ਵਿੱਚ ਪੰਚਾਇਤ ਅਤੇ ਨਗਰ ਨਿਗਮ ਚੋਣਾਂ ਦਾ ਬਾਈਕਾਟ ਕੀਤਾ ਤਾਂ ਉਹ ਕੇਂਦਰ ਦੇ ਦਬਾਅ ਪਾਉਣ ਵਿੱਚ ਅਸਫਲ ਰਹੇ। ਜੇ ਅਸੀਂ ਹਿੱਸਾ ਨਹੀਂ ਲੈਂਦੇ ਤਾਂ ਅਸੀਂ ਭਾਜਪਾ ਲਈ ਮੈਦਾਨ ਖੁੱਲਾ ਛੱਡ ਦੇਵਾਂਗੇ। ਉਹ 2 ਵਾਰ ਉਹੀ ਗਲਤੀ ਨਹੀਂ ਕਰ ਸਕਦੇ ਸਨ। ਦੋਵੇਂ ਪਾਰਟੀਆਂ 280 ਸੀਟਾਂ ਲਈ ਲੜਨ ਜਾ ਰਹੀਆਂ ਸਨ, 20 ਜ਼ਿਲ੍ਹਿਆਂ ਵਿੱਚ, ਹਰੇਕ ਜ਼ਿਲ੍ਹੇ ਵਿੱਚ 14 ਨੁਮਾਇੰਦਿਆਂ ਦੇ ਨਾਲ। DDC ਚੋਣ ਧਾਰਾ 370 ਰੱਦ ਹੋਣ ਤੋਂ ਬਾਅਦ ਪਹਿਲੀ ਚੋਣ ਸੀ। ਉਸ ਨੂੰ ਭਾਜਪਾ ਦੀਆਂ ਨੀਤੀਆਂ ਦੀ ਸਫਲਤਾ ਵਜੋਂ ਦੇਖਿਆ ਗਿਆ ਸੀ। ਇਹ ਚੋਣਾਂ ਸ਼ਹਿਰਾਂ ਵਿੱਚ ਨਹੀਂ ਬਲਕਿ ਪਿੰਡੂ ਖੇਤਰਾਂ ਵਿੱਚ ਹੋਈਆਂ ਸਨ, ਜਿਨ੍ਹਾਂ ਨੇ ਸਰਕਾਰ ਦੁਆਰਾ ਨਿਯੁਕਤ ਕੀਤੇ ਅਧਿਕਾਰੀ ਨੂੰ ਹਟਾ ਦਿੱਤਾ ਸੀ ਅਤੇ ਉਹਨਾਂ ਦੀ ਜਗ੍ਹਾ ਚੁਣੇ ਹੋਏ ਨੁਮਾਇੰਦਿਆਂ ਨਾਲ ਕੀਤਾ ਸੀ। ਇਹ ਭਾਜਪਾ ਦੀ ਕੋਸ਼ਿਸ਼ ਸੀ ਕਿ ਸਿਸਟਮ ਦੇ ਹੇਠਲੇ ਹਿੱਸਿਆਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਅਧਿਕਾਰੀ ਖੁਦ ਨਾਗਰਿਕ ਨੂੰ ਜਵਾਬ ਦੇ ਸਕਣ, ਕਿਉਂਕਿ ਉਹਨਾਂ ਨੂੰ ਸਾਰੇ ਕੰਮਾਂ ਦੀ ਪੂਰੀ ਜ਼ਿੰਮੇਵਾਰੀ ਦਿੱਤੀ ਗਈ ਹੈ, ਭਾਵੇਂ ਉਹ ਜਨਤਕ ਕੰਮਾਂ, ਸਿਹਤ, ਸਿੱਖਿਆ ਜਾਂ ਭਲਾਈ ਵਿੱਚ ਹੋਵੇ, ਉਹ ਸਿਰਫ ਉਹਨਾਂ ਦੇ ਨਿਯੰਤਰਣ ਵਿੱਚ ਰਹੇਗਾ। ਇਹ ਪਹਿਲਾ ਮੌਕਾ ਸੀ ਜਦੋਂ ਵਾਲਮੀਕੀ ਅਤੇ ਗੋਰਖਾ ਸ਼ਰਨਾਰਥੀ, ਜੋ ਕਿ ਕਈ ਸਾਲ ਪਹਿਲਾਂ ਪਾਕਿਸਤਾਨ ਤੋਂ ਆਏ ਸਨ ਅਤੇ ਜੋ ਕਸ਼ਮੀਰ ਵਿੱਚ ਹੀ ਵਸ ਗਏ ਸਨ, ਨੇ ਕਿਸੇ ਵੀ ਚੋਣ ਵਿੱਚ ਵੋਟ ਦਿੱਤੀ ਸੀ। ਧਾਰਾ 370 ਵਿੱਚ ਗੈਰ ਕਸ਼ਮੀਰੀਆਂ ਨੂੰ ਵੋਟ ਪਾਉਣ ਤੋਂ ਵਰਜਿਆ ਗਿਆ ਸੀ, ਪਰ ਨਵੇਂ ਕਾਨੂੰਨ ਹੁਣ ਘੱਟੋ-ਘੱਟ 15 ਸਾਲ ਜੰਮੂ ਕਸ਼ਮੀਰ ਵਿੱਚੋਂ ਕਿਤੇ ਨਹੀਂ ਜਾਂਦੇ। ਜਾਂ ਉਹਨਾਂ ਨੂੰ ਬੁਨਿਆਦੀ ਅਧਿਕਾਰ ਦਿੰਦਾ ਹੈ ਜਿਨ੍ਹਾਂ ਨੇ ਰਾਜ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ। ਕਿਸੇ ਵੀ ਆਮ ਚੋਣ ਵਿੱਚ ਵਿਰੋਧੀ ਪਾਰਟੀਆਂ ਜਿਵੇਂ NC, PDP ਆਪਣੇ ਉਮੀਦਵਾਰਾਂ ਦੀ ਚੋਣ ਕਰਦੇ ਹਨ, ਪਰ ਗੱਠਜੋੜ ਦੇ ਕਾਰਨ ਉਹਨਾਂ ਨੂੰ ਉਹਨਾਂ ਵਿੱਚੋਂ ਸਿਰਫ ਇੱਕ ਚੁਣਨ ਲਈ ਮਜਬੂਰ ਕੀਤਾ ਗਿਆ, ਜਿਸ ਕਾਰਨ ਬਹੁਤ ਸਾਰੇ ਨਿਰਾਸ਼ ਪਾਰਟੀ ਮੈਂਬਰ ਆਜ਼ਾਦ ਉਮੀਦਵਾਰ ਵਜੋਂ ਖੜੇ ਹੋਣੇ ਸ਼ੁਰੂ ਹੋ ਗਏ। ਮੁਫਤੀ ਕੈਬਨਿਟ ਵਿੱਚ ਸਾਬਕਾ ਵਿੱਤ ਮੰਤਰੀ ਅਲਤਾਫ ਬੁਖਾਰੀ ਨੇ ਆਪਣੀ ਨਵੀਂ ਪਾਰਟੀ ਦੀ ਸਥਾਪਨਾ ਕੀਤੀ, ਜਿਹੜੇ ਖੁੱਲ੍ਹ ਕੇ ਭਾਜਪਾ ਵਿੱਚ ਸ਼ਾਮਲ ਹੋਏ, ਜਿਸ ਕਾਰਨ ਗੁਪਕਾਰ ਵਾਲਿਆਂ ਨੇ ਉਹਨਾਂ ਨੂੰ ਜਲਦੀ ਬੁਲਾਉਣਾ ਸ਼ੁਰੂ ਕਰ ਦਿੱਤਾ। ਭਾਜਪਾ ਦੀ B ਟੀਮ, ਜਿਸ ਦਾ ਸਿਰਫ ਇੱਕ ਉਦੇਸ਼ ਹੈ, ਉਹ ਸਾਡੀ ਵੋਟ ਖੋ ਸਕਦਾ ਹੈ। ਪਰ ਬੁਖਾਰੀ ਦੇ ਜਵਾਬ ਨੇ ਕੌੜੀ ਸੱਚਾਈ ਦਾ ਖੁਲਾਸਾ ਕੀਤਾ, ਜਿਹੜਾ ਵੀ ਕਸ਼ਮੀਰ ਵਿੱਚ ਚੋਣਾਂ ਲੜਦਾ ਹੈ ਉਹਨੂੰ ਜਾਂ ਤਾਂ ਦਿੱਲੀ ਜਾਂ ਪਾਕਿਸਤਾਨ ਦੀ B ਟੀਮ ਕਿਹਾ ਜਾਂਦਾ ਹੈ। BJP ਨੇ ਚੋਣ ਜਿੱਤਣ ਲਈ ਗਾਜਰ ਅਤੇ ਸੋਟੀ ਦੀਆਂ ਚਾਲਾਂ ਵਰਤੀਆਂ। ਗਾਜਰ, ਸਾਡਾ 28,400 ਕਰੋੜ ਦਾ ਉਦਯੋਗਿਕ ਵਿਕਾਸ ਪੈਕੇਜ 4.5 ਲੱਖ ਨੌਕਰੀਆਂ ਪੈਦਾ ਕਰੇਗਾ। ਫਿਰ ਉਸ ਦੇ ਵਿਰੋਧੀਆਂ ਤੇ ਦਬਾਅ ਵਧਾਇਆ। ਸੋਟੀ, ED ਕੋਲ ਫਾਰੂਕ ਅਬਦੁੱਲਾ ਦੀ 60-70 ਕਰੋੜ ਦੀ ਜਾਇਦਾਦ ਦੀ ਜਾਣਕਾਰੀ ਹੈ, ਮਕਾਨਾਂ, ਦਫ਼ਤਰਾਂ ਅਤੇ ਜ਼ਮੀਨਾਂ ਤੇ ਕਬਜ਼ਾ ਕਰ ਲਿਆ। ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ JKA ਦੇ ਫੰਡ ਵਿੱਚੋਂ 45 ਕਰੋੜ ਦੇ ਕਥਿਤ ਤੌਰ ਤੋਂ ਦੁਰਵਰਤੋਂ ਲਈ। ਉਸ ਤੋਂ ਬਾਅਦ 2001 ਦੇ ਰੋਸ਼ਨੀ ਐਕਟ ਪਾਸ ਹੋਣ ਤੋਂ ਬਾਅਦ ਉਸ ਨੂੰ ਕਥਿਤ ਤੌਰ ਤੇ 10 ਕਰੋੜ ਦੀ ਜ਼ਮੀਨ ਹਥਿਆਉਣ ਵਜੋਂ ਨਿਸ਼ਾਨਾ ਬਣਾਇਆ ਗਿਆ ਸੀ। ਇਸ ਕਾਨੂੰਨ ਦਾ ਉਦੇਸ਼ ਜ਼ਮੀਨ ਦੀ ਮਾਲਕੀਅਤ ਕਰਨਾ ਸੀ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਜ਼ਮੀਨ ਤੇ ਬਗੀਚੇ, ਪੌਦੇ ਲਗਾਉਣ ਅਤੇ ਹੋਰ ਕਈ ਉਸਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਐਕਟ 1990 ਉਹਨਾਂ ਨੂੰ ਮਾਰਕੀਟ ਦੀਆਂ ਕੀਮਤਾਂ ਤੇ ਜ਼ਮੀਨ ਵੇਚਣ ਲਈ ਤਿਆਰ ਸੀ ਜੋ ਉਸ ਸਮੇਂ ਜ਼ਮੀਨ ਦੇ ਕਬਜ਼ੇ ਵਿੱਚ ਸਨ। ਅੰਦਾਜ਼ਾ ਇਹ ਸੀ ਕਿ ਇਹ 25,000 ਕਰੋੜ ਦੀ ਵਰਤੋਂ ਅਨੁਮਾਨ ਨਾਲ ਜੰਮੂ ਕਸ਼ਮੀਰ ਵਿੱਚ ਬਿਜਲੀ ਪ੍ਰੋਜੈਕਟਾਂ ਲਈ ਫੰਡ ਕਰਨ ਲਈ ਕੀਤੀ ਜਾਣ ਦੀ ਉਮੀਦ ਸੀ, ਜਿਸ ਕਾਰਨ ਇਸ ਨੂੰ ਰੋਸ਼ਨੀ ਐਕਟ ਕਿਹਾ ਜਾਂਦਾ ਹੈ। ਹਾਲਾਂਕਿ ਮੌਕਾ ਵੇਖਦਿਆਂ ਸਾਰਿਆਂ ਨੇ ਜ਼ਮੀਨ ਨੂੰ ਡਕਾਰ ਲਿਆ। 2014 ਦੀ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ 20,46,436 ਕਨਾਲ ਜ਼ਮੀਨ, ਜਿਸ ਦੀ ਕੀਮਤ 25,448 ਕਰੋੜ ਹੈ, ਦਾ ਨਾਜਾਇਜ਼ ਕਬਜ਼ਾ ਹੈ, ਜੋ ਕਿ 1000 ਵਰਗ ਕਿਲੋਮੀਟਰ ਤੋਂ ਥੋੜਾ ਜਿਹਾ ਹੋਰ ਬਣਦਾ ਹੈ, ਮੁੰਬਈ ਜਾਂ ਬੈਂਗਲੌਰ ਦੇ ਆਕਾਰ ਤੋਂ ਕਿਤੇ ਵੱਧ, ਪਰ ਦਿੱਲੀ ਨਾਲੋਂ ਘੱਟ।
ਰੋਸ਼ਨੀ ਐਕਟ ਦਾ ਦਾਇਰਾ 1990 ਤੋਂ 2000 ਤੱਕ ਅਤੇ ਫਿਰ 2007 ਤੱਕ ਫੈਲਾਇਆ ਗਿਆ ਤਾਂ ਕਿ ਚੋਰੀ ਨੂੰ ਸੌਖਾ ਬਣਾਇਆ ਜਾ ਸਕੇ ਅਤੇ ਸੀਮਾ ਪ੍ਰਤੀ ਵਿਅਕਤੀ 10 ਕਨਾਲਾਂ ਤੋਂ 100 ਕਰ ਦਿੱਤੀ ਗਈ ਹੈ। ਦੂਜੇ ਪਾਸੇ ਅਤਵਾਦੀਆਂ ਨੇ ਰਾਜਨੀਤਿਕ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਵਿੱਚ ਸਰਪੰਚਾਂ, ਪੰਚਾਇਤ ਮੈਂਬਰਾਂ ਅਤੇ ਕਾਰਕੁਨਾਂ, ਖਾਸ ਕਰ ਭਾਜਪਾ ਨਾਲ ਜੁੜੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਅੰਤ ਵਿੱਚ ਚੋਣ ਇੱਕ ਸਫਲਤਾ ਸੀ, ਪਰ ਕੋਈ ਸਪਸ਼ਟ ਵਿਜੇਤਾ ਨਹੀਂ ਸੀ। ਦੋਵੇਂ ਧਿਰਾਂ ਨੇ ਜਿੱਤ ਦਾ ਦਾਅਵਾ ਕੀਤਾ। ਜਿੱਥੇ ਫਾਰੂਕ ਅਬਦੁੱਲਾ ਦੀ ਅਗਵਾਈ ਵਾਲੀ ਗੁਪਕਾਰ ਨੇ 240 ਵਿੱਚੋਂ 110 ਸੀਟਾਂ ਜਿੱਤੀਆਂ। ਭਾਜਪਾ 75 ਸੀਟਾਂ ਦੇ ਨਾਲ ਕੱਲੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ, ਜਿਹੜੀ ਐਨਸੀ ਦੇ 67 ਦੇ ਵਿਅਕਤੀਗਤ ਅੰਕੜਿਆਂ ਨਾਲ ਵਧੇਰੇ ਹੈ। ਜੇ ਕੋਈ ਜੇਤੂ ਹੁੰਦਾ ਤਾਂ ਉਹ 50 ਆਜ਼ਾਦ ਸਨ, ਜਿਨ੍ਹਾਂ ਵਿੱਚੋਂ 40 ਨੂੰ ਭਾਜਪਾ ਦੁਆਰਾ ਸਮਰਥਨ ਦਿੱਤਾ ਜਾਂਦਾ ਸੀ। ਕਸ਼ਮੀਰ ਘਾਟੀ ਦੇ ਸਾਰੇ 10 ਜ਼ਿਲ੍ਹਿਆਂ ਵਿੱਚ ਮੁਸਲਮਾਨ ਮਲਬੇ ਦਾ ਕਬਜ਼ਾ ਹੈ ਅਤੇ ਜੰਮੂ ਖੇਤਰ ਦੇ 10 ਜ਼ਿਲ੍ਹਿਆਂ ਵਿੱਚੋਂ 5 ਦੀ ਬਹੁਗਿਣਤੀ ਹਿੰਦੂ ਆਬਾਦੀ ਹੈ। ਪਹਿਲੀ ਵਾਰ ਭਾਜਪਾ ਨੇ ਮੁਸਲਮਾਨਾਂ ਦੀ ਕਸ਼ਮੀਰ ਘਾਟੀ ਵਿੱਚ 3 ਸੀਟਾਂ 140 ਵਿੱਚੋਂ ਜਿੱਤੀਆਂ। ਪੁਲਵਾਮਾ ਵਿੱਚ ਭਾਜਪਾ ਦੀ ਮੀਨਾ ਲਤੀਫ 2 ਵੋਟਾਂ ਨਾਲ ਜੇਤੂ ਰਹੀ, ਪਰ ਸਿਰਫ 7.6% ਰਾਹੀਂ। ਕਸ਼ਮੀਰ ਦੇ 4 ਦੱਖਣੀ ਜ਼ਿਲ੍ਹੇ ਪੁਲਵਾਮਾ, ਸ਼ੋਪੀਆਂ, ਕੁਲਗਾਮ ਅਤੇ ਅਨੰਤਨਾਗ, ਜਿਸ ਵਿੱਚ ਅੱਤਵਾਦ ਦਾ ਸਭ ਤੋਂ ਵੱਧ ਪ੍ਰਭਾਵ ਪਿਆ ਹੈ, ਸਭ ਤੋਂ ਘੱਟ ਮਤਦਾਨ ਉੱਥੇ ਵੇਖਣ ਨੂੰ ਮਿਲਿਆ, 7.6 ਅਤੇ 25% ਦੇ ਵਿਚਕਾਰ। ਕਸ਼ਮੀਰ ਘਾਟੀ ਦੇ ਬਾਕੀ ਹਿੱਸਿਆਂ ਵਿੱਚ 30% ਤੋਂ 40% ਵੋਟਾਂ ਵੱਖ-ਵੱਖ ਪੜਾਵਾਂ ਤੇ ਦਰਜ ਕੀਤੀਆਂ ਗਈਆਂ, ਜਦੋਂ ਕਿ ਜੰਮੂ ਵਿੱਚ ਇਹ ਬਹੁਤ ਜ਼ਿਆਦਾ ਸੀ, ਜਿਸ ਵਿੱਚ 64 ਤੋਂ 73% ਵੋਟਿੰਗ ਹੋਈ। ਜਿਵੇਂ ਹੀ ਚੋਣਾਂ ਤੋਂ ਬਾਅਦ ਧੂੜ ਸੁਲਝ ਗਈ, ਲੋਕਾਂ ਦੇ ਸਮੂਹ ਵਿੱਚ ਚੀਰ ਫੁੱਟਣਾ ਸ਼ੁਰੂ ਹੋ ਗਿਆ ਅਤੇ ਸਜਾਦ ਲੋਨ ਨੇ ਗੱਠਜੋੜ ਨੂੰ ਸਭ ਤੋਂ ਪਹਿਲਾਂ ਛੱਡ ਦਿੱਤਾ। ਫਾਰੂਕ ਅਬਦੁੱਲਾ ਨੇ ਆਪਣੀ ਹੀ ਗੱਠਜੋੜ ਦੇ ਖਿਲਾਫ ਉਮੀਦਵਾਰਾਂ ਉੱਤੇ ਧੱਕਾ ਕਰਨ ਦਾ ਦੋਸ਼ ਲਾਇਆ। ਜੇ ਅਸੀਂ ਡੀਡੀਸੀ ਸੀਟ ਲਈ ਲੀਡਰਸ਼ਿਪ ਨੂੰ ਗੁਪਤ ਰੂਪ ਵਿੱਚ ਭਰੋਸਾ ਨਹੀਂ ਕਰ ਸਕਦੇ ਤਾਂ ਅਸੀਂ ਵੱਡੇ ਮੁੱਦਿਆਂ ਲਈ ਇਹ ਕਿਵੇਂ ਕਰ ਸਕਦੇ ਹਾਂ? ਲੋਨ ਆਪਣੇ ਵਿਵਾਦਪੂਰਨ ਰਾਜਨੀਤਿਕ ਪ੍ਰਯੋਗਾਂ ਲਈ ਜਾਣਿਆ ਜਾਂਦਾ ਹੈ। ਵੱਖਵਾਦੀ ਹੋਣ ਦੇ ਨਾਤੇ ਲੋਨ ਨੇ ਬਾਰਾਮੁੱਲਾ ਤੋਂ 2009 ਦੀ ਚੋਣ ਲੜੀ ਸੀ, ਪਰ ਹਾਰ ਗਿਆ ਸੀ। 5 ਸਾਲਾਂ ਬਾਅਦ ਉਹ ਹੰਦਵਾੜਾ ਵਿੱਚ ਵਿਧਾਇਕ ਦੀ ਸੀਟ ਨੂੰ ਸਫਲਤਾਪੂਰਵਕ ਜਿੱਤੇ, ਭਾਰਤ ਪੱਖੀ ਰਾਜਨੀਤਿਕ ਕੈਂਪ ਵਿੱਚ ਕੁੱਦਿਆ ਅਤੇ ਭਾਜਪਾ ਨਾਲ ਹੱਥ ਮਿਲਾਇਆ। ਪੀਡੀਪੀ ਗੱਠਜੋੜ ਵਿੱਚ ਸ਼ਾਮਲ ਹੋਇਆ ਅਤੇ ਸਰਕਾਰ ਬਣਾਈ, ਜਿਸ ਵਿੱਚ ਉਸ ਨੂੰ ਕੈਬਨਿਟ ਬਰਥ ਨਾਲ ਨਿਵਾਜਿਆ ਗਿਆ ਸੀ। ਇੱਥੋਂ ਤੱਕ ਕਿ ਸਾਲ 2018 ਵਿੱਚ ਗੱਠਜੋੜ ਦੇ ਪਤਨ ਤੋਂ ਬਾਅਦ ਵੀ ਉਹ ਭਾਜਪਾ ਦਾ ਸਹਿਯੋਗੀ ਮੰਨਿਆ ਜਾਂਦਾ ਹੈ, ਪਰ ਫਿਰ ਵੀ ਭਾਜਪਾ ਵਿਰੋਧੀ ਗੱਠਜੋੜ ਗੁਪਕਾਰ ਨਾਲ ਹੱਥ ਮਿਲਾਇਆ। ਲੋਨ ਇਕੱਲਾ ਨਹੀਂ ਸੀ ਗੁਪਤ ਰੂਪ ਵਿੱਚ। ਅਬਦੁਲ ਰਾਸ਼ਿਦ ਲੋਨ ਕੋਈ ਸਬੰਧ ਨਹੀਂ, ਜਿਸਨੇ ਪੀਡੀਪੀ ਦੀ ਟਿਕਟ ਜਿੱਤੀ, ਅਚਾਨਕ ਬੁਖਾਰੀ ਦੀ ਆਪਣੀ ਪਾਰਟੀ ਵਿੱਚ ਸ਼ਾਮਲ ਹੋ ਗਿਆ। ਐਨਸੀ ਦੀ ਟਿਕਟ ਤੋਂ ਸ਼ੋਪੀਆਂ ਤੋਂ ਜਿੱਤੀ ਯਾਸਮੀਨਾ ਜਾਨ ਨੂੰ ਪਾਰਟੀ ਬਦਲਣ ਲਈ ਕਥਿਤ ਤੌਰ ਤੇ ਬਲੈਕਮੇਲ ਕੀਤਾ ਗਿਆ ਸੀ। ਆਪਣੀ ਪਾਰਟੀ ਵਿੱਚ ਸ਼ਾਮਲ ਹੋ ਜਾਓ, ਨਹੀਂ ਤਾਂ ਅਸੀਂ ਤੇਰੇ ਪਤੀ ਨੂੰ ਨਹੀਂ ਛੱਡਦੇ। ਉਸ ਨੂੰ ਅਪਵਾਦ ਲਈ ਮਜਬੂਰ ਕੀਤਾ ਗਿਆ ਸੀ ਅਤੇ ਉਹ ਸੀਟ ਜੋ ਉਸਨੇ ਜਿੱਤੀ ਸੀ, ਉਸ ਤੋਂ ਹੀ ਹਾਰ ਗਈ ਸੀ। ਸਾਮ ਦਾਮ ਦੰਡ ਭੇਦ, ਕਿਸੇ ਵੀ ਤਰੀਕੇ ਨਾਲ ਡੀਡੀਸੀ ਸੀਟਾਂ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਲੱਗ ਰਹੀ ਸੀ। ਨੈਸ਼ਨਲ ਕਾਨਫਰੰਸ ਦੇ 2 ਸੀਨੀਅਰ ਨੇਤਾਵਾਂ ਨੂੰ ਚੋਣ ਨੀਤੀਆਂ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ। ਕਈ ਨੇੜਲੀਆਂ ਰਾਜ ਚੋਣਾਂ ਤੋਂ ਬਾਅਦ ਕੋੜੇ ਵਪਾਰ ਕੀਤੇ ਜਾਂ ਹੋਰ ਹੋ ਰਿਹਾ ਹੈ ਅਤੇ ਜੰਮੂ ਕਸ਼ਮੀਰ ਕੋਈ ਅਪਵਾਦ ਨਹੀਂ ਹੈ। ਹਾਲਾਂਕਿ ਲੋਕਾਂ ਦੇ ਫਤਵੇ ਦਾ ਆਦਰ ਕਰਨਾ ਚਾਹੀਦਾ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਚੋਣਾਂ ਇੱਕ ਸਾਫ਼ ਢੰਗ ਨਾਲ ਹੋਈਆਂ ਅਤੇ ਕਰਵਾਈਆਂ ਗਈਆਂ, ਜਿਸ ਨਾਲ ਇਹ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਵਿਧਾਨ ਸਭਾ ਚੋਣਾਂ ਵੀ ਜਲਦੀ ਹੀ ਕਰਵਾਈਆਂ ਜਾਣਗੀਆਂ। ਚੋਣਾਂ ਤੋਂ ਬਾਅਦ ਜਨਤਾ ਲਈ ਇੱਕ ਵੈਬਸਾਈਟ ਲਾਂਚ ਕੀਤੀ ਗਈ, ਜਿਹੜੀ ਜ਼ਿਲ੍ਹਾ, ਬਲਾਕ ਅਤੇ ਦਿਹਾੜੀ ਪੱਧਰ ਤੇ ਵੱਖ-ਵੱਖ ਪ੍ਰੋਜੈਕਟਾਂ ਦੀ ਅਸਲ ਸਮੇਂ ਦੇ ਵਿਕਾਸ ਦੀ ਜਾਣਕਾਰੀ ਦਿੰਦੀ ਹੈ। ਫਾਰੂਕ ਅਬਦੁੱਲਾ ਅਤੇ ਰਾਜੀਵ ਗਾਂਧੀ ਨੇ 1987 ਦੀਆਂ ਚੋਣਾਂ ਵਿੱਚ ਹੇਰਾਫੇਰੀ ਕੀਤੀ ਸੀ। ਕਈ ਕਸ਼ਮੀਰੀਆਂ ਨੇ ਭਾਰਤ ਦੀ ਲੋਕਤੰਤਰੀ ਪ੍ਰਤੀਕਿਰਿਆ ਦੇ ਸ਼ਰਧਾ ਰੱਖਣੀ ਬੰਦ ਕਰ ਦਿੱਤੀ। ਡੀਡੀਸੀ ਚੋਣਾਂ ਨੇ ਭਾਰਤ ਨੂੰ ਇੱਕ ਨਵਾਂ ਮੌਕਾ ਦਿੱਤਾ ਹੈ। ਇਸ ਨੂੰ ਰਾਜਨੀਤਿਕ ਲਾਭ ਲਈ ਖਰਾਬ ਨਹੀਂ ਕੀਤਾ ਜਾਣਾ ਚਾਹੀਦਾ। ਬਿਸਬੋ ਦੀ ਸ਼ਾਇਰੀ। ਇਲੈਕਸ਼ਨ ਹੋਈ, ਡੀਡੀਸੀ ਨਵੇਂ ਸਵੇਰ ਦੀ ਸ਼ੁਰੂਆਤ ਕੀਤੀ ਸੀ। ਲੋਕਾਂ ਨੂੰ ਦਿਓ ਉਹਨਾਂ ਦੇ ਹੱਕ, ਸੱਚਾਈ, ਝੂਠੇ ਲਾਰੇ ਇੱਥੇ ਰੱਖ। Do join Bizbo on Discord and follow us on Instagram at GoBizbo. ਕੀ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ? ਤਾਂ ਸਬਸਕ੍ਰਾਈਬ ਕਰੋ ਬਿਜ਼ਬੋ ਪੰਜਾਬੀ। ਸਾਈਡ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਮਿਲ ਸਕਣ ਸਾਡੇ ਸਾਰੇ ਲੇਟੈਸਟ ਵੀਡੀਓਜ਼ ਸਭ ਤੋਂ ਪਹਿਲਾਂ। ਧੰਨਵਾਦ।